ਜਨ ਸੱਚਾ ਪਾਤਸ਼ਾਹੋ, ਫਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਹਉ ਆਇਆ ਦੂਰੋਂ ਚੱਲ ਕੇ, ਮੈਂ ਤਕੀ ਤੋ ਸਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਸੁਕਾਉ ਹੋਟਲ ਗੁਰ ਸੇਵੀਆ, ਹੈ ਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਹ ਜਾਇ। ਹੋਵੈ ਸਿਫਤਿ ਖਸਮ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਤਾਕੀ ਰਜਾਏ ਲੇਖਿਆ ਪਾਏ, ਅਬ ਕਿਆ ਕੀਜੇ ਪਾਂਡੇ। ਹੁਕਮ ਹੋਆ ਹਾਸਲ ਤਦੇ ਹੋਏ, ਨਿਬੜਿਆ ਹੰਡੇ ਜੀ ਕਮਾਂਦੇ। ਤਾਕੀ ਰਜਾਏ ਲੇਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਆਪਾਂ ਸਤਿਗੁਰਾਂ ਦੀ ਜੋ ਲੜੀਵਾਰ ਗੁਰਬਾਣੀ ਦੀ ਕਥਾ ਹੈ, ਉਸਨੂੰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅਗੰਮੀ ਬਚਨ ਨੇ ਉਹਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਸ਼ਲੋਕ ਆਪਾਂ ਸਰਵਣ ਕਰਨ ਜਾ ਰਹੇ ਹਾਂ। ਸੋਰਠ ਦੀ ਵਾਰ ਦੇ ਵਿੱਚ ਸ਼ਲੋਕ ਜਿਹੜੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਆਏ ਨੇ। ਇਹ ਜੋ ਸ਼ਲੋਕ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ ਨੇ 29 ਸ਼ਲੋਕ ਨੇ। 29 ਸ਼ਲੋਕਾਂ ਦੇ ਵਿੱਚੋਂ 3 ਸ਼ਲੋਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ, ਇੱਕ ਸ਼ਲੋਕ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਆਇਆ ਹੈ। ਬਾਕੀ ਜਿਹੜੇ 25 ਸ਼ਲੋਕ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤੇ। ਇਹਨਾਂ 29 ਸ਼ਲੋਕਾਂ ਦੇ ਵਿੱਚੋਂ ਇਹ ਇੱਕ ਸ਼ਲੋਕ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਆਪਾਂ ਸਰਵਣ ਕਰਨ ਜਾ ਰਹੇ ਹਾਂ। 653 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਇਸ ਸ਼ਬਦ ਨੂੰ ਦਰਜ ਕੀਤਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਨੇ, ਫਰਮਾਉਂਦੇ ਹਨ ਤਾਕੀ ਰਜਾਏ ਲੇਖਿਆ ਪਾਏ। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇਸਾਂ ਦਸੰਤਰਾਂ ਦਾ ਰਟਨ ਕਰਦੇ ਹੋਏ, ਭ੍ਰਮਣ ਕਰਦੇ ਹੋਏ
ਇੱਕ ਜਗ੍ਹਾ ਤੇ ਜਾ ਕੇ ਬੈਠੇ, ਕਹਿਣ ਲੱਗੇ ਇੱਥੇ ਇੱਕ ਪੰਡਤ ਬੈਠਾ ਹੋਇਆ, ਜੋਤਸ਼ੀ ਬੈਠਾ ਹੋਇਆ। ਉਸ ਜੋਤਸ਼ੀ ਦੇ ਕੋਲ ਇੱਕ ਵਿਅਕਤੀ ਆਇਆ, ਬੜਾ ਦੁਖੀ ਹੈ ਆਪਣੇ ਕਰਮਾਂ ਕਰਕੇ, ਆਪਣੇ ਦੁੱਖਾਂ ਕਰਕੇ। ਆ ਕੇ ਪੰਡਤ ਨੂੰ ਕਹਿਣ ਲੱਗਾ, ਪੰਡਤ ਜੀ ਮੈਂ ਬੜਾ ਦੁਖੀ ਹਾਂ, ਕੋਈ ਮੈਨੂੰ ਉਪਾਅ ਦੱਸੋ, ਕੋਈ ਯਤਨ ਦੱਸੋ ਜਿਹਦੇ ਕਰਕੇ ਮੈਂ ਦੁੱਖ ਤੋਂ ਬਚਾਂ ਤੇ ਮੈਨੂੰ ਸੁੱਖ ਹੀ ਸੁੱਖ ਪ੍ਰਾਪਤ ਹੋ ਜਾਣ। ਜਦੋਂ ਇਸ ਵਿਅਕਤੀ ਨੇ ਉਸ ਜੋਤਸ਼ੀ ਨੂੰ ਇਹ ਗੱਲ ਕਹੀ ਤੇ ਜੋਤਸ਼ੀ ਕਹਿਣ ਲੱਗਾ ਵੀ ਆਪਣਾ ਹੱਥ ਦਿਖਾ, ਮੈਂ ਤੇਰੀ ਕਿਸਮਤ ਦੇਖਦਾ ਤੇ ਫਿਰ ਮੈਂ ਤੈਨੂੰ ਹੱਲ ਦੱਸਾਂਗਾ, ਫਿਰ ਮੈਂ ਤੈਨੂੰ ਉਪਾਅ ਦੱਸਾਂਗਾ। ਜਦੋਂ ਜੋਤਸ਼ੀ ਨੇ ਇਸ ਦਾ ਹੱਥ ਵੇਖਿਆ ਤੇ ਉਸਨੇ ਆਖਿਆ, ਤੈਨੂੰ ਇੰਨੇ ਹਨੂੰਮਾਨ ਚਾਲੀਸੇ ਕਰਨੇ ਪੈਣਗੇ, ਇੰਨੀਆਂ ਯਾਤਰਾਵਾਂ ਕਰਨੀਆਂ ਪੈਣਗੀਆਂ, ਇੰਨੇ ਥਾਵਾਂ ਤੇ ਜਾ ਕੇ ਇਸ਼ਨਾਨ ਕਰਨਾ ਪਵੇਗਾ, ਇਹ ਕੋਈ ਤੈਨੂੰ ਦਾਨ ਕਰਨਾ ਪਵੇਗਾ, ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਨਾ ਪਵੇਗਾ। ਇਹ ਸਾਰਾ ਕੁਝ ਦੱਸਿਆ। ਜਦੋਂ ਦੱਸਦਾ ਪਿਆ ਪੰਡਤ ਤੇ ਉਹ ਸੁਣਦਾ ਪਿਆ ਵਿਅਕਤੀ ਜਿਹੜਾ ਦੁਖੀ ਹੋਇਆ, ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਕੰਨਾਂ ਵਿੱਚ ਆਵਾਜ਼ ਪਈ। ਇਹ ਆਖਦਾ ਮੈਂ ਬਹੁਤ ਦੁਖੀ ਹਾਂ, ਮੈਨੂੰ ਸੁੱਖ ਦਿਓ। ਤੇ ਪੰਡਤ ਆਖਦਾ ਜਾਂ ਜੋਤਸ਼ੀ ਆਖਦਾ ਵੀ ਤੂੰ ਇਹ ਕਰਮ ਕਰੇਗਾ ਤੇ ਤਾਂ ਤੇਰਾ ਦੁੱਖ ਟਲ ਸਕਦਾ। ਗੁਰੂ ਨਾਨਕ ਦੇ ਪਾਤਸ਼ਾਹ ਨੇ ਸੁਣੇ ਬਚਨ ਤੇ ਮਹਾਰਾਜ ਕਹਿਣ ਲੱਗੇ ਤਾਕੀ ਰਜਾਏ, ਕਹਿਣ ਲੱਗੇ ਪੰਡਤ ਜੀ, ਔਰ ਉਹ ਜਿਹੜਾ ਵਿਅਕਤੀ ਆਇਆ ਉਹਨੂੰ ਵੀ ਸੰਬੋਧਨ ਕਰਦੇ, ਕਹਿਣ ਲੱਗੇ ਤਾਕੀ ਰਜਾਏ, ਇਹ ਤੇ ਅਕਾਲ ਪੁਰਖ ਦੀ ਰਜਾ ਹੈ, ਨਿਰੰਕਾਰ ਦੀ, ਪਰਮੇਸ਼ਰ ਦੀ, ਜਿਹਨੇ ਦੁਨੀਆ ਬਣਾਈ ਹੈ, ਉਹਦੀ ਰਜਾ ਦੇ ਮੁਤਾਬਕ, ਉਹਦੀ ਹੁਕਮ ਦੇ ਮੁਤਾਬਕ ਲਿਖਿਆ ਪਾਏ। ਬਰਮਾ ਨੇ ਇਹਦੇ ਕਰਮ ਲਿਖੇ ਨੇ। ਬਰਮਾ ਵੀ ਆਪਣੇ ਆਪ ਸੁਤੰਤਰ ਨਹੀਂ ਹੈ ਵੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੇ। ਬ੍ਰਹਮਾ ਨੂੰ ਲੇਖ ਉਹ ਲਿਖਣਾ ਪੈਂਦਾ ਜੋ ਅਕਾਲ ਪੁਰਖ ਦਾ ਹੁਕਮ ਹੈ, ਜੋ ਪਰਮੇਸ਼ਰ ਦਾ ਹੁਕਮ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਾਕੀ ਰਜਾਏ, ਉਸ ਪ੍ਰਮਾਤਮਾ ਦੀ ਰਜਾ ਵਿੱਚ, ਉਹਦੇ ਹੁਕਮ ਦੇ ਵਿੱਚ ਲਿਖਿਆ ਪਾਏ। ਬ੍ਰਹਮਾ ਨੇ ਤੇਰੇ ਲੇਖ ਲਿਖ ਦਿੱਤੇ, ਇੰਨੇ ਤੈਨੂੰ ਦੁੱਖ ਮਿਲਣਗੇ, ਇੰਨੇ ਸੁੱਖ ਮਿਲਣਗੇ। ਹੁਣ ਜਦੋਂ ਲੇਖ ਲਿਖੇ ਹੀ ਗਏ ਨੇ ਤੇਰੇ ਕਰਮਾਂ ਦੇ, ਤੇ ਪਾਤਸ਼ਾਹ ਬਖਸ਼ਦੇ ਹਨ। ਅਬ ਕਿਆ ਕੀਜੇ ਪਾਂਡੇ, ਇਹ ਪੰਡਤ ਹੁਣ ਕੀ ਹੋ ਸਕਦਾ ਜਦੋਂ ਕਰਮ ਲਿਖਿਆ ਹੀ ਗਿਆ, ਤੇ ਲਿਖਿਆ ਕਰਮ ਤੇ ਭੋਗਣਾ ਪੈਣਾ ਹੈ। ਇਹ ਤੇ ਸਾਡੇ ਮਨ ਦਾ ਇੱਕ ਭਰਮ ਹੈ, ਮੈਂ ਇੱਧਰ ਨੂੰ ਦੌੜਾਂਗਾ ਤੇ ਇਹ ਹੋਵੇਗਾ, ਉੱਧਰ ਨੂੰ ਭੱਜਾਂਗਾ ਤੇ ਇਹ ਹੋਵੇਗਾ। ਜਿਹੜਾ ਕਰਮ ਬ੍ਰਹਮਾ ਨੇ ਲਿਖਿਆ, ਮੰਤਰ ਪੜ੍ਹਨ ਵਾਲਾ ਜਿਹੜਾ ਜੋਤਸ਼ੀ ਹੈ, ਮੰਤਰ ਤਾਂ ਉਹਨੇ ਵੀ ਕਿਸੇ ਦੇਵਤੇ ਦਾ ਹੀ ਪੜ੍ਹਨਾ ਨਾ, ਹੱਲ ਤੇ ਉਹਨੇ ਵੀ ਕੋਈ ਉਹਨਾਂ ਦਾ ਦੱਸਣਾ ਹੈ, ਪਰ ਲੇਖ ਵੀ ਤੇ ਉਹਨੇ ਹੀ ਲਿਖੇ ਨਾ। ਜਿਹਨੇ ਲੇਖ ਲਿਖੇ ਨੇ ਉਹ ਲੇਖ ਕਰਮ ਭੋਗਣੇ ਪੈਂਦੇ, ਉਹਨਾਂ ਨੂੰ ਭੋਗੇ ਬਿਨਾਂ ਨਹੀਂ ਟਲਿਆ ਜਾਂਦਾ। ਬੜੀਆਂ ਸਾਰੀਆਂ ਉਦਾਹਰਨਾਂ ਨੇ ਗ੍ਰੰਥਾਂ ਦੇ ਵਿੱਚ ਕਿ ਦੇਵਤਿਆਂ ਨੂੰ ਆਪਣਾ ਕਰਮ ਭੋਗਣ ਵਾਸਤੇ ਦੁਨੀਆ ਵਿੱਚ ਆਉਣਾ ਪਿਆ, ਦੁਨੀਆ ਵਿੱਚ ਆਉਣਾ ਪਿਆ। ਦੁਆਪਰ ਯੁੱਗ ਦੇ ਵਿੱਚ ਧਰਮਰਾਜ ਹੋਏ ਨਾ, ਜਿਹੜੇ ਕੌਰਵਾਂ ਤੇ ਪਾਂਡਵਾਂ ਦੀ ਸਭਾ ਵਿੱਚ ਬੈਠਦੇ, ਬੜੇ ਵੱਡੇ ਸ਼ਸਤਰਕਾਰੀ ਨੇ, ਬੜੇ ਵੱਡੇ ਗ੍ਰੰਥਾਂ ਦਾ ਗਿਆਨ ਰੱਖਦੇ, ਸੋਝੀ ਰੱਖਦੇ। ਵਾਕਿਆ ਹੀ ਧਰਮਰਾਜੇ ਨੇ, ਧਰਮਰਾਜੇ ਦੀ ਕੁਰਸੀ ਤੇ ਬੈਠ ਕੇ ਇਨਸਾਫ ਕਰਦੇ। ਇੱਕ ਦਿਨ ਇਨਸਾਫ ਕਰਦਿਆਂ ਹੋਇਆਂ, ਫੈਸਲਾ ਸੁਣਾਉਂਦਿਆਂ ਹੋਇਆਂ ਗਲਤੀ ਹੋਈ। ਉਸ ਗਲਤੀ ਕਰਕੇ ਉਹ ਗਲਤੀ ਨੂੰ ਭੁਗਤਣ ਵਾਸਤੇ, ਕਰਮ ਭੁਗਤਣ ਵਾਸਤੇ ਦੁਆਪਰ ਯੁੱਗ ਦੇ ਵਿੱਚ ਜਨਮ ਲੈ ਕੇ ਆਉਣਾ ਪਿਆ। ਹੁਣ ਸਮਰੱਥਾ ਵੀ ਸਾਰੀ ਕੋਲ ਹੈ, ਅਕਲ ਵੀ ਹੈ, ਸੋਝੀ ਵੀ ਹੈ, ਪਦਵੀ ਵੀ ਹੈ, ਅਹੁਦਾ ਵੀ ਹੈ, ਸਾਰਾ ਕੁਝ ਕੋਲ ਹੈ, ਪਰ ਇੱਕ ਵੀ ਸਲਾਹ ਨਹੀਂ ਚੱਲੀ, ਇੱਕ ਵੀ ਕਹਿਣਾ ਨਹੀਂ ਕਿਸੇ ਨੇ ਮੰਨਿਆ। ਮਹਾਰਾਜ ਕਹਿਣ ਲੱਗੇ ਐਡੇ ਐਡੇ ਵੱਡੇ ਧਰਮਰਾਜ ਵਰਗੇ ਦੇਵਤਿਆਂ ਨੂੰ ਆਪਣਾ ਕਰਮ ਭੋਗਣ ਵਾਸਤੇ ਆਉਣਾ ਪਿਆ, ਦੁਖੀ ਹੋਣਾ ਪਿਆ, ਰੋਣਾ ਪਿਆ ਦੁਨੀਆ ਤੇ ਆ ਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰੋਵਹਿ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵਹਿ ਹਿਰਦੈ ਸਰਲੰਕ ਗਵਾਏ, ਜਿਨ ਸੀਤਾ ਆਦਿ ਡੌਰੂ ਵਾਏ। ਗੁਰਬਾਣੀ ਦੇ ਇਹ ਬਚਨ ਨੇ। ਵੱਡੇ ਵੱਡੇ ਦੁਨੀਆ ਤੇ ਅਵਤਾਰ ਭਗਵਾਨ ਰਾਮ ਵਰਗੇ, ਵੱਡੇ ਵੱਡੇ ਸ਼ਕਤੀਸ਼ਾਲੀ ਵਿਅਕਤੀ ਰਾਵਣ ਵਰਗੇ, ਵੱਡੇ ਵੱਡੇ ਪੰਡਤ ਵਿਦਿਆ ਨੂੰ ਪੜ੍ਹੇ ਹੋਏ ਦੁਨੀਆ ਨੇ ਰੋਂਦੇ ਵੇਖੇ। ਕਾਰਨ ਇਹ ਹੈ ਕਰਮ ਨੂੰ ਭੋਗਣਾ ਪਿਆ ਹੈ, ਕਰਮ ਨੂੰ ਭੋਗਣਾ ਪਵੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹਨੇ ਕਰਮ ਲਿਖਿਆ ਫਿਰ ਉਹਦੀ ਰਜਾ ਵਿੱਚ ਰਹਿ, ਉਹਦੇ ਹੁਕਮ ਦੇ ਵਿੱਚ ਰਹਿ, ਵੀ ਜੋ ਤੂੰ ਕਰਦਾ ਪਿਆ ਉਹਦੇ ਵਿੱਚ ਮੇਰਾ ਭਲਾ ਹੈ। ਫਿਰ ਉਹਦੇ ਕਰਮ ਨੂੰ ਮਿਟਣ ਦਾ ਯਤਨ ਕਿਉਂ ਕਰਦਾ? ਨਾਲੇ ਤੇਰੇ ਕੋਲੋਂ ਮਿਟਿਆ ਵੀ ਨਹੀਂ ਜਾਣਾ, ਮਿਟਿਆ ਜਾਣਾ ਨਹੀਂ, ਪਰ ਮਿਟਣ ਦਾ ਯਤਨ ਕਰਦਾ। ਇੱਕ ਰਾਜਾ ਹੋਇਆ ਨਾ, ਕਹਿਣ ਲੱਗੇ ਬੜਾ ਵੱਡਾ ਰਾਜਾ,
ਤੇ ਰਾਜੇ ਨੇ ਉਸ ਵੇਲੇ ਕਿਤੇ ਕਥਾ ਸਰਵਣ ਕਰਦਾ ਪਿਆ, ਕਿਤੇ ਇਤਿਹਾਸ ਸਰਵਣ ਕਰਦਾ ਪਿਆ ਆਪਣੇ ਵੱਡੇ ਵਡੇਰਿਆਂ ਦਾ। ਜਦੋਂ ਰਾਜੇ ਨੇ ਇਤਿਹਾਸ ਸਰਵਣ ਕੀਤਾ ਤੇ ਇਤਿਹਾਸ ਵਿੱਚ ਕਿਤੇ ਬਚਨ ਆ ਗਿਆ ਵੀ ਭੀਮ ਸੈਨ ਦੇ ਵਿੱਚ ਬੜਾ ਜ਼ਿਆਦਾ ਬਲ ਹੈ, ਬੜੀ ਤਾਕਤ ਹੈ, ਜੋ ਚਾਹਵੇ ਉਹ ਜੰਗ ਵਿੱਚ ਕਰ ਸਕਦਾ। ਤੇ ਰਾਜੇ ਨੇ ਸੁਣੀ ਨਾ ਆਪਣੇ ਵੱਡਿਆਂ ਦੀ ਕਥਾ, ਤੇ ਮਨ ਵਿੱਚ ਉਸ ਵੇਲੇ ਹਉਮੈ ਆ ਗਈ, ਹੰਕਾਰ ਆ ਗਿਆ। ਕਹਿਣ ਲੱਗੇ ਜੀ ਬੰਦਾ ਇੰਨਾ ਸਿਆਣਾ ਹੋਵੇ, ਇੰਨਾ ਤਾਕਤਵਰ ਹੋਵੇ, ਤੇ ਫਿਰ ਵੀ ਉਹ ਜੰਗ ਕਰਕੇ ਬਹਿ ਜਾਵੇ, ਆਪਣਾ ਨੁਕਸਾਨ ਕਰ ਲਵੇ, ਇਹ ਗੱਲ ਠੀਕ ਨਹੀਂ ਹੈ। ਬਿਆਸ ਜੀ ਕੋਲ ਬੈਠੇ ਹੋਏ ਸੁਣਾਉਂਦੇ ਪੈ ਗ੍ਰੰਥ ਪੜ੍ਹ ਕੇ, ਕਹਿਣ ਲੱਗੇ ਰਾਜਨ ਇਸ ਤਰ੍ਹਾਂ ਨਹੀਂ, ਇਹ ਤੇ ਕਰਮਾਂ ਦੀ ਦਾਤ ਹੈ, ਇਹ ਤੇ ਭੋਗਣਾ ਪੈਂਦਾ ਜਿਹੜਾ ਕਰਮ ਲਿਖਿਆ ਹੋ। ਤੇ ਰਾਜਾ ਕਹਿਣ ਲੱਗਾ ਜੇ ਪਹਿਲਾਂ ਹੀ ਪਤਾ ਹੋਵੇ, ਰਾਜਾ ਜਨਮੇਜਾ ਦੇ ਮਤੀ ਬਰਦ ਬਿਆਸ ਪੜਾਇਆ, ਜਨਮੇਜਾ ਸੀ ਉਸ ਰਾਜੇ ਦਾ ਨਾਮ। ਕਹਿਣ ਲੱਗਾ ਪਤਾ ਹੋਵੇ ਤੇ ਗਲਤੀ ਹੋਵੇ ਕਿਵੇਂ, ਇਹ ਤੇ ਮੇਰੇ ਵੱਡੇ ਵਡੇਰੇ ਫਿਰ ਇਹਦਾ ਮਤਲਬ ਸਿਆਣੇ ਨਹੀਂ ਹੋਏ, ਤਾਕਤ ਸੀ ਕੋਲ ਪਰ ਦਿਮਾਗ ਕੋਲ ਨਹੀਂ। ਬਿਆਸ ਜੀ ਕਹਿਣ ਲੱਗੇ ਨਹੀਂ, ਜਿਹੜਾ ਕਰਮਾਂ 'ਚ ਲਿਖਿਆ ਹੋਵੇ ਨਾ, ਉਹ ਜਿੰਨੀ ਮਰਜ਼ੀ ਸਿਆਣਪ ਕੋਲ ਹੋਵੇ ਹੁੰਦਾ ਉਸੇ ਤਰ੍ਹਾਂ ਹੀ, ਭਾਵੇਂ ਪਹਿਲਾਂ ਵੀ ਪਤਾ ਹੋਵੇ। ਕਹਿਣ ਲੱਗਾ ਭਗਵਾਨ ਕ੍ਰਿਸ਼ਨ ਉਹਨਾਂ ਦੇ ਕੋਲ ਰਹਿੰਦੇ ਸਨ, ਉਹਨਾਂ ਨਹੀਂ ਦੱਸਿਆ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ। ਬਿਆਸ ਜੀ ਕਹਿਣ ਲੱਗੇ ਦੱਸਿਆ ਹੋਵੇਗਾ, ਪਰ ਕਰਮ ਜਿਹੜਾ ਨਾ ਆਪਣੇ ਆਪ ਖਿੱਚ ਕੇ ਲੈ ਜਾਂਦਾ। ਕਹਿਣ ਲੱਗਾ ਐਵੇਂ ਕਿਵੇਂ ਹੋ ਸਕਦਾ ਲੈ ਜਾਂਦਾ, ਜੇ ਮੈਨੂੰ ਪਹਿਲਾਂ ਪਤਾ ਹੋਵੇ ਤੇ ਮੈਂ ਤੇ ਨਹੀਂ ਗਲਤੀ ਕਰਾਂਗਾ, ਮੈਂ ਆਪਣੀ ਜਾਮਨੀ ਦਿੰਦਾ ਵੀ ਮੈਂ ਨਹੀਂ ਗਲਤੀ ਕਰਾਂਗਾ। ਹੁਣ ਬਿਆਸ ਜੀ ਨੇ ਜਾਣ ਲਿਆ ਵੀ ਇਹਦੇ ਮਨ ਵਿੱਚ ਮਾਣ ਆ ਗਿਆ। ਬੰਦਾ ਹਰੇਕ ਥਾਂ ਤੇ ਇਹ ਗੱਲ ਕਹਿੰਦਾ ਵੀ ਮੈਨੂੰ ਪਤਾ ਹੁੰਦਾ ਤੇ ਮੈਂ ਇਹ ਕਰ ਸਕਦਾ, ਦੂਜਾ ਨਹੀਂ। ਕਹਿਣ ਲੱਗੇ ਚੱਲ ਜੇ ਇਹ ਗੱਲ ਹੈ, ਤੇਰਾ ਆਉਣ ਵਾਲਾ ਸਮਾਂ ਅਸੀਂ ਦੱਸਦੇ ਹਾਂ, ਤੈਨੂੰ ਦੱਸ ਵੀ ਦਿੰਦੇ ਹਾਂ, ਔਰ ਤੈਨੂੰ ਇਹ ਵੀ ਕਹਿੰਦੇ ਹਾਂ ਤੂੰ ਬਚ ਕੇ ਵਿਖਾ ਕਿਵੇਂ ਬਚ ਸਕਦਾ। ਸਾਰਾ ਕੁਝ ਦੱਸਿਆ। ਕਹਿਣ ਲੱਗੇ ਤੂੰ ਇੱਕ ਘੋੜੀ ਨੂੰ ਖਰੀਦੇਗਾ, ਜੰਗਲ ਵਿੱਚ ਜਾਵੇਂਗਾ, ਉੱਥੋਂ ਇੱਕ ਰਾਣੀ ਲੈ ਕੇ ਆਵੇਂਗਾ, ਰਾਣੀ ਲਿਆ ਕੇ ਤੂੰ ਜੱਗ ਕਰੇਂਗਾ, ਜੱਗ ਕਰਕੇ ਫਿਰ ਪੰਡਤਾਂ ਬ੍ਰਾਹਮਣਾਂ ਦਾ ਤੂੰ ਕਤਲ ਕਰੇਂਗਾ, ਤੈਨੂੰ ਸ਼ਰਾਪ ਮਿਲੇਗਾ ਔਰ ਤੂੰ ਕੋਹੜ ਦੇ ਰੋਗ ਦੇ ਨਾਲ ਮਰੇਗਾ। ਇਹ ਤੇਰਾ ਆਉਣ ਵਾਲਾ ਸਮਾਂ ਹੈ ਔਰ ਹੋਣਾ ਇਸੇ ਤਰ੍ਹਾਂ ਹੀ ਹੈ। ਕਥਾ ਸੁਣਦਿਆਂ ਨਾਲ, ਬਚਨ ਸੁਣਦਿਆਂ ਨਾਲ ਆਪਣੇ ਵਜ਼ੀਰਾਂ ਨੂੰ ਹੁਕਮ ਦਿੱਤਾ। ਕਹਿਣ ਲੱਗਾ ਘੋੜੇ ਜਿੰਨੇ ਮਰਜ਼ੀ ਖਰੀਦੋ ਪਰ ਘੋੜੀ ਨਹੀਂ ਖਰੀਦਣੀ। ਮੇਰੇ ਆਉਣ ਵਾਲੇ ਸਮੇਂ ਵਿੱਚ ਘੋੜੀ ਤੋਂ ਦੁੱਖ ਮਿਲਣਾ ਨਾ, ਜਿਹੜੀ ਚੀਜ਼ ਤੋਂ ਦੁੱਖ ਮਿਲਣਾ ਆਪਾਂ ਲੈਣੀ ਨਹੀਂ ਹੈ। ਹੁਕਮ ਦੇ ਦਿੱਤਾ ਘੋੜੀ ਨਹੀਂ ਖਰੀਦਣੀ, ਘੋੜੇ ਖਰੀਦੋ ਜਿੰਨੇ ਮਰਜ਼ੀ। ਸਮਾਂ ਪਿਆ, ਕੋਈ ਸੁਦਾਗਰ ਨਾ ਅਰਬ ਦੇਸ਼ ਦੇ ਵਿੱਚੋਂ ਬੜੀ ਸੋਹਣੀ ਕਾਲੇ ਰੰਗ ਦੀ ਘੋੜੀ ਲੈ ਕੇ ਆਇਆ। ਉਸ ਘੋੜੀ ਵਰਗੇ ਗੁਣ ਹੀ ਕਿਸੇ ਵਿੱਚ ਨਹੀਂ। ਬੰਦੇ ਨੂੰ ਬਿਠਾਉਂਦੀ ਹੈ ਤੇ ਹਵਾ ਵਿੱਚ ਹੀ ਲੈ ਜਾਂਦੀ ਹੈ, ਹਵਾ ਦਾ ਰੂਪ ਹੀ ਹੋ ਜਾਂਦੀ ਹੈ। ਬੜੀ ਸੋਹਣੀ ਲੱਗੀ ਹੈ। ਹੁਣ ਛੱਡਣ ਨੂੰ ਜੀ ਨਹੀਂ ਕਰਦਾ, ਲੈ ਸਕਦਾ ਨਹੀਂ। ਮਨ ਵਿੱਚ ਵਿਚਾਰ ਆਈ ਚਲੋ ਘੋੜੀ ਲੈ ਲੈਂਦੇ ਹਾਂ, ਬੰਨ ਛੱਡਾਂਗੇ ਤਬੇਲੇ ਵਿੱਚ, ਨਾ ਚੜਾਂਗੇ। ਚੜਨ ਦੀ ਗੱਲ ਹੈ ਨਾ ਵੀ ਘੋੜੀ ਲੈ ਕੇ ਮੈਂ ਉੱਤੇ ਚੜਨਾ, ਮੈਂ ਚੜਾਂਗਾ ਨਹੀਂ। ਘੋੜੀ ਨੂੰ ਦੂਰੋਂ ਵੇਖ ਛੱਡਾਂਗਾ ਵੀ ਉਹ ਸਾਹਮਣੇ ਘੋੜੀ ਖਲੋਤੀ ਹੈ। ਇੱਕ ਕਰਮ ਹੋ ਗਿਆ, ਨਹੀਂ ਲੈਣੀ ਚਾਹੁੰਦਾ ਸੀ ਫਿਰ ਵੀ ਲੈ ਲਈ। ਇੱਕ ਦਿਨ ਮਨ ਵਿੱਚ ਬੈਠਿਆਂ ਵਿਚਾਰ ਕੀਤਾ ਵੀ ਘੋੜੀ ਤੇ ਚੜ੍ਹ ਕੇ ਤੇ ਵੇਖਾਂ, ਜੰਗਲ ਵੱਲ ਨਾ ਜਾਵਾਂਗਾ, ਜਿੱਧਰ ਨੂੰ ਮੇਰਾ ਸ਼ਹਿਰ ਹੈ, ਲੋਕ ਵੱਸਦੇ ਨੇ, ਮੈਂ ਉੱਧਰ ਨੂੰ ਜਾਵਾਂਗਾ ਨਾ, ਜੰਗਲ ਨੂੰ ਮੈਂ ਕੀ ਲੈਣ ਜਾਣਾ। ਮੈਂ ਚਲਾਵਾਂਗਾ ਤੇ ਘੋੜੀ ਚੱਲਣੀ ਹੈ, ਜਿੱਧਰ ਨੂੰ ਮੁੜਾਂਗਾ ਉੱਧਰ ਨੂੰ ਮੁੜਨੀ ਹੈ। ਗੁਰਮੁਖੋ ਇਤਿਹਾਸ ਪ੍ਰਸੰਗ ਬੜਾ ਲੰਮਾ। ਇਸੇ ਤਰ੍ਹਾਂ ਹੀ ਹੋਇਆ, ਚੜਿਆ ਵੀ, ਜੰਗਲ ਵਿੱਚ ਵੀ ਗਿਆ, ਰਾਣੀ ਵੀ ਲੈ ਕੇ ਆਇਆ, ਜੱਗ ਵੀ ਕੀਤਾ ਤੇ ਜੱਗ ਕਰਕੇ ਫਿਰ ਬ੍ਰਾਹਮਣਾਂ ਦਾ ਕਤਲ ਵੀ ਕੀਤਾ। 18 ਗੋਤਾਂ ਦੇ ਬ੍ਰਾਹਮਣ ਜਿਹੜੇ ਸਨ ਇਹਨੇ ਕਤਲ ਕਰ ਦਿੱਤੇ, ਤਲਵਾਰ ਦੀ ਭੇਟ ਚਾੜੇ। ਤੇ ਜਦੋਂ ਬ੍ਰਾਹਮਣਾਂ ਨੂੰ ਮਾਰਿਆ ਤਾਂ ਹੱਤਿਆ ਦਾ ਪਾਪ ਕੋਹੜ ਹੋ ਗਿਆ ਸਰੀਰ ਦੇ ਉੱਪਰ, ਤੇ ਕੋਹੜ ਦੇ ਰੋਗ ਦੇ ਨਾਲ ਮਰਿਆ। ਸਾਖੀ ਬੜੀ ਲੰਬੇਰੀ ਹੈ, ਆਪਾਂ ਕੇਵਲ ਟੂਕ ਮਾਤਰੇ ਬਚਨ ਸਰਵਣ ਕੀਤੇ। ਭਾਵ ਇਹ ਹੈ ਕਿ ਭਾਵੇਂ ਪਹਿਲਾਂ ਵੀ ਪਤਾ ਹੋਵੇ ਨਾ ਬੰਦੇ ਨੂੰ ਕਿ ਇਹ ਕੰਮ ਹੋਣਾ, ਕਰਮਾਂ ਵਿੱਚ ਲਿਖਿਆ ਹੋ ਕੇ ਰਹਿਣਾ, ਉਹਨੂੰ ਟਾਲ ਕੋਈ ਨਹੀਂ ਸਕਦਾ। ਇਹ ਤੇਰੇ ਮਨ ਦਾ ਇੱਕ ਭਰਮ ਹੈ, ਮੈਂ ਢਾਲਾ ਕਰਾਂਗਾ, ਮੈਂ ਮੰਤਰ ਪੜਾਂਗਾ ਤੇ ਮੈਂ ਬਚ ਜਾਵਾਂਗਾ। ਲਿਖਿਆ ਕਰਮ ਭੁਗਤਣ ਤੋਂ ਬਿਨਾਂ ਜੇ ਬਚ ਜਾਈਏ ਤੇ ਦੁਨੀਆ ਤੇ ਪਾਪ ਕਰਕੇ ਤੇ ਫਿਰ ਘਰੇ ਹੀ ਆਪਣੇ ਲਿਆ ਕੇ ਜੋਤਸ਼ੀ ਬਿਠਾ ਲੈਣ ਤੇ ਜਿੰਨੇ ਮਰਜ਼ੀ ਫਿਰ ਮੰਤਰ ਪੜ੍ਹੀ ਜਾਣ, ਪੜ੍ਹਾਈ ਜਾਣ ਵੀ ਮੈਂ ਤੇ ਬਚ ਜਾਵਾਂਗਾ, ਨਹੀਂ ਬਚਿਆ ਜਾਣਾ। ਪਾਤਸ਼ਾਹ ਕਹਿਣ ਲੱਗੇ ਤਾਕੀ ਰਜਾਏ ਲਿਖਿਆ ਪਾਏ, ਪਰਮਾਤਮਾ ਦੀ ਰਜਾ ਦੇ ਵਿੱਚ ਬ੍ਰਹਮਾ ਨੇ ਤੇਰੇ ਮੱਥੇ ਤੇ ਲੇਖ ਲਿਖੇ ਨੇ,
ਉਹਨਾਂ ਲੇਖਾਂ ਨੂੰ ਭੋਗਣਾ ਪੈਣਾ। ਅਬ ਕਿਆ ਕੀਜੈ ਪਾਂਡੇ, ਇਹ ਪੰਡਤ ਜੀ ਹੁਣ ਕੀ ਹੋ ਸਕਦਾ? ਹੁਣ ਝੂਰਨ ਦਾ ਫਾਇਦਾ ਕੋਈ ਨਹੀਂ, ਹੁਣ ਪਛਤਾਤਾਪ ਕਰਨ ਦਾ ਕੋਈ ਲਾਭ ਨਹੀਂ, ਹੁਣ ਤੇ ਲੇਖਾ ਭੋਗਣਾ ਪਵੇਗਾ। ਇਸ ਕਰਕੇ ਇਸ ਗੱਲ ਨੂੰ ਜਾਣ ਲੈ, ਜੇ ਮੇਰੇ ਤੇ ਦੁੱਖ ਆਇਆ ਮੇਰੇ ਕਰਮਾਂ ਦੀ ਨਿਸ਼ਾਨੀ ਹੈ। ਜੇ ਮੇਰੇ ਤੇ ਬਿਪਤਾ ਪਈ ਹੈ, ਦੂਜੇ ਨੂੰ ਗਾਲਾਂ ਨਾ ਦੇ, ਦੂਜੇ ਨੂੰ ਮਾੜਾ ਨਾ ਕਹਿ, ਇਹ ਤੇਰਾ ਕੀਤਾ ਕਰਮ ਤੇਰੇ ਅੱਗੇ ਹੈ, ਇਹਨੂੰ ਭੋਗਣਾ ਪੈਣਾ ਹੈ। ਕਰਨ ਤੋਂ ਪਹਿਲਾਂ ਜੇ ਸੋਚ ਲੈਂਦਾ ਤੇ ਹੋ ਸਕਦਾ ਐਸੀ ਹਾਲਤ ਨਾ ਹੁੰਦੀ। ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਦੇ ਹਨ। ਤਾਂ ਕਿ ਰਜਾਏ ਲਿਖਿਆ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਾਂ ਇਸ ਤਰ੍ਹਾਂ ਵੀ ਵਿਦਵਾਨਾਂ ਨੇ ਲਿਖਿਆ ਵੀ ਇੱਕ ਵਿਅਕਤੀ ਮਹਾਰਾਜ ਦੇ ਕੋਲ ਹੀ ਆ ਗਿਆ, ਕਹਿਣ ਲੱਗਾ ਮਹਾਰਾਜ ਮੈਂ ਬੜਾ ਦੁਖੀ ਹਾਂ, ਮੈਂ ਜਿੱਧਰ ਵੀ ਜਾਂਦਾ ਕੋਈ ਚੰਗਾ ਕੰਮ ਬਣਦਾ ਨਹੀਂ, ਜੋ ਵੀ ਚਾਹੁੰਦਾ ਹੁੰਦਾ ਨਹੀਂ, ਹਰ ਵੇਲੇ ਦੁੱਖ, ਹਰ ਵੇਲੇ ਮੁਸੀਬਤ, ਮਹਾਰਾਜ ਬੜਾ ਦੁਖੀ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜਾ ਦੁੱਖ ਹੈ ਨਾ, ਤਾਂ ਕੀ ਰਜਾਏ, ਉਸ ਅਕਾਲ ਪੁਰਖ ਦੀ ਰਜ਼ਾ ਦਾ ਹੀ ਹੁਕਮ ਹੈ। ਲਿਖਿਆ ਪਾਏ, ਉਹਨੇ ਤੇਰੇ ਲੇਖ ਲਿਖ ਕੇ ਤੇਰੇ ਕਰਮਾਂ ਵਿੱਚ ਪਾ ਦਿੱਤੇ। ਪਰਮਾਤਮਾ ਦੇ ਲੇਖ ਦੇ ਅਨੁਸਾਰ ਤੈਨੂੰ ਦੁੱਖ ਤੇ ਸੁੱਖ ਮਿਲਿਆ ਹੈ। ਅਬ ਕਿਆ ਕੀਜਿਆ ਪਾਂਡੇ, ਇਹ ਭਾਈ ਹੁਣ ਕੀ ਹੋ ਸਕਦਾ? ਕਰਮ ਕਰਨ ਤੋਂ ਪਹਿਲਾਂ ਸੋਚ, ਜੇ ਕਰਮ ਕਰ ਹੀ ਲਿਆ ਹੁਣ ਤੇ ਫਲ ਭੁਗਣਾ ਪਵੇਗਾ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਉਹ ਕੰਮ ਹੀ ਕਿਉਂ ਕਰਨਾ ਜਿਹਨੂੰ ਕਰਕੇ ਬਾਅਦ ਵਿੱਚ ਪਛਤਾਉਣਾ ਪਵੇ। ਪਰ ਵਿਅਕਤੀ ਕਰਮ ਕਰਨ ਤੋਂ ਪਹਿਲਾਂ ਨਹੀਂ ਸੋਚਦਾ, ਪਾਪ ਕਰਮ ਕਰਤੇ ਬੈਠਦਾ ਹੈ, ਪਰ ਜਦੋਂ ਸਜ਼ਾ ਮਿਲਦੀ ਹੈ ਫਿਰ ਹਾਏ ਮੈਂ ਦੁਖੀ, ਹਾਏ ਮੈਂ ਮਰ ਗਿਆ, ਹਾਏ ਮੇਰੇ ਤੇ ਬਿਪਤਾ ਪੈ ਗਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਕਰਮ ਹੀ ਕਿਉਂ ਕਰਦਾ ਜਿਹਦੇ ਕਰਕੇ ਤੂੰ ਦੁਖੀ ਹੋ ਜਾਣਾ, ਉਹਨਾਂ ਕਰਮਾਂ ਨੂੰ ਨਾ ਕਰ। ਇਹ ਤੇ ਪ੍ਰਮਾਤਮਾ ਦਾ ਹੁਕਮ ਹੈ ਭਾਈ, ਤੇਰੇ ਕੀਤੇ ਦਾ ਪੂਰਾ ਪੂਰਾ ਇਨਸਾਫ ਉਹ ਕਰੇਗਾ। ਜੇ ਪਾਪ ਕੀਤਾ ਤੇ ਪੂਰੀ ਸਜ਼ਾ, ਜੇ ਪੁੰਨ ਤੇ ਭਲਾ ਕੀਤਾ ਤੇ ਪੂਰਾ ਸੁੱਖ ਤੈਨੂੰ ਮਿਲੇਗਾ। ਉਹਦੀ ਰਜ਼ਾ, ਉਹਦਾ ਹੁਕਮ ਪੂਰਾ ਹੈ। ਇੱਕ ਥੋੜਾ ਜਿੰਨਾ ਵੀ ਉਹ ਕਿਸੇ ਦਾ ਹਿਸਾਬ ਕਿਤਾਬ ਆਪਣੇ ਕੋਲ ਨਹੀਂ ਰੱਖਦਾ। ਜੇ ਪੁੰਨ ਦਾ ਪੂਰਾ ਫਲ ਦਿੰਦਾ ਹੈ ਤੇ ਫਿਰ ਪਾਪ ਦਾ ਵੀ ਪੂਰਾ ਹੀ ਫਲ ਦਿੰਦਾ ਹੈ। ਇਸ ਕਰਕੇ ਉਹਦੀ ਰਜ਼ਾ ਵਿੱਚ ਰਹਿਣਾ ਕਰ। ਹੁਕਮ ਹੋਆ ਹਾਸਲ ਤਦੇ ਹੋਏ। ਜਦੋਂ ਪ੍ਰਮਾਤਮਾ ਦਾ ਹੁਕਮ ਹੁੰਦਾ ਨਾ ਹਾਸਲ ਹੋਏ, ਉਦੋਂ ਫਿਰ ਪਦਾਰਥ ਹਾਸਲ ਹੁੰਦਾ। ਹਾਸਲ ਤੋਂ ਗੁਰਮੁਖੋ ਭਾਵ ਹੁੰਦਾ ਪ੍ਰਾਪਤ ਹੋਣਾ। ਪਰਮਾਤਮਾ ਦਾ ਹੁਕਮ ਹੋਇਆ ਵੀ ਐਸ ਦਿਨ ਤੈਨੂੰ ਆਹ ਚੀਜ਼ ਮਿਲਣੀ ਹੈ, ਉਸ ਦਿਨ ਹੀ ਮਿਲੇਗੀ। ਜੇ ਤੂੰ ਸੋਚੇ ਵੀ ਮੈਨੂੰ ਪਹਿਲਾਂ ਮਿਲ ਜਾਵੇ, ਕਿਵੇਂ ਮਿਲ ਜਾਵੇ? ਹੁਕਮ ਹੋਵਾ, ਜਦੋਂ ਉਹਦਾ ਹੁਕਮ ਹੋਣਾ ਹੈ, ਹਾਸਲ ਹੋਏ, ਉਦੋਂ ਤੈਨੂੰ ਉਹ ਚੀਜ਼ ਹਾਸਲ ਹੋਣੀ ਹੈ, ਪ੍ਰਾਪਤ ਹੋਣੀ ਹੈ। ਹਾਸਲ ਕਦੇ ਹੋਏ, ਜਿਹੜਾ ਦਿਨ ਲਿਖਿਆ ਗਿਆ, ਜਿਹੜਾ ਵਾਰ ਲਿਖਿਆ ਗਿਆ, ਜਿਹੜਾ ਟਾਈਮ ਲਿਖਿਆ ਗਿਆ, ਆਪਣੇ ਆਪ ਉਹ ਚੀਜ਼ ਮਿਲੇਗੀ, ਕਰਮਾਂ 'ਚ ਲਿਖੀ ਹੋਈ। ਔਰ ਜੇ ਗੁਰਮੁਖੋ ਦੁੱਖ ਲਿਖਿਆ ਨਾ ਤੇ ਉਹ ਵੀ ਪੂਰੇ ਟਾਈਮ ਤੇ ਪੂਰੇ ਸਮੇਂ ਤੇ ਆ ਕੇ ਆਪੇ ਪ੍ਰਾਪਤ ਹੋਵੇ। ਭੱਜਣ ਦੀ ਲੋੜ ਨਹੀਂ, ਦੌੜਨ ਦੀ ਲੋੜ ਨਹੀਂ। ਅਕਾਲ ਪੁਰਖ ਦਾ ਹੁਕਮ, ਉਹਦੀ ਰਜ਼ਾ ਇਹੋ ਜਿਹੀ ਹੈ, ਪੂਰੇ ਪੂਰੇ ਸਮੇਂ ਤੇ ਸਭ ਕੁਝ ਆਪਣੇ ਆਪ ਆ ਕੇ ਪ੍ਰਾਪਤ ਹੁੰਦਾ ਹੈ। ਨਿਬੜਿਆ ਹੰਡੇ ਜੀ ਕਮਾਂਡੇ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਕਿ ਫਿਰ ਜਦੋਂ ਪਦਾਰਥ ਆਉਂਦਾ ਇੱਕ ਸਮੇਂ ਮੁਤਾਬਕ ਹਾਸਲ ਹੋ ਗਿਆ, ਫਿਰ ਉਹ ਪਦਾਰਥ ਨਿਬੜਿਆ, ਹਾਸਲ ਹੋ ਕੇ ਚਲਾ ਵੀ ਗਿਆ ਹੈ। ਕਿਉਂਕਿ ਪਦਾਰਥ ਦੀ ਇੱਕ ਸੀਮਾ ਪਰਮਾਤਮਾ ਨੇ ਬਣਾਈ ਹੈ। ਆਹ ਵਸਤੂ ਤੇਰੇ ਕੋਲ 1 ਸਾਲ ਰਹੇਗੀ, 2 ਸਾਲ ਜਾਂ 5 ਸਾਲ ਰਹੇਗੀ। ਜਿੰਨਾ ਚਿਰ ਪ੍ਰਮਾਤਮਾ ਨੇ ਲਿਖਿਆ ਉਹ ਵਸਤੂ ਉਹਨਾਂ ਚਿਰ ਹੀ ਤੇਰੇ ਕੋਲ ਰਹਿਣੀ ਹੈ। ਬਾਅਦ ਵਿੱਚ ਉਸ ਵਸਤੂ ਨੂੰ ਛੱਡ ਕੇ ਤੈਨੂੰ ਚਲੇ ਜਾਣਾ ਹੈ। ਜਿਵੇਂ ਆਪਾਂ ਵੇਖਦੇ ਹਾਂ, ਕੋਈ ਰਾਜਾ 25 ਸਾਲੀ ਬਣਦਾ, ਕੋਈ 10 ਸਾਲ ਰਾਜ ਕਰਦਾ, ਕੋਈ 1 ਸਾਲ, ਕੋਈ 6 ਮਹੀਨੇ, ਤੇ ਕੋਈ ਬਹੁਤਾ ਲੰਮਾ ਸਮਾਂ ਵੀ ਕਰ ਦਿੰਦਾ। ਜਾਂ ਰਾਜ ਕਰਦਿਆਂ ਕਰਦਿਆਂ ਫਿਰ ਰਾਜ ਤਖਤ ਛੱਡਣੇ ਪੈਂਦੇ ਤੇ ਕਈਆਂ ਨੂੰ ਜੇਲ੍ਹਾਂ ਦੀ ਯਾਤਰਾ ਵੀ ਕਰਨੀ ਪੈਂਦੀ ਹੈ। ਇਹ ਅੱਜ ਨਹੀਂ, ਪਹਿਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੋਇਆ। ਵੱਡੇ ਵੱਡੇ ਰਾਜਿਆਂ ਨੂੰ ਜੇਲ੍ਹਾਂ ਵਿੱਚ ਜਾ ਕੇ ਜਾਂ ਉੱਥੇ ਫਿਰ ਜਾ ਕੇ ਮੌਤ ਹੀ ਪ੍ਰਾਪਤ ਹੋਈ। ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਪਦਾਰਥ ਤੇਰੇ ਕੋਲ ਰਹਿਣਾ, ਰਾਜ ਤੇਰੇ ਕੋਲ ਰਹਿਣਾ, ਉਹਨਾਂ ਚਿਰ ਹੀ ਰਹੇਗਾ। ਜਦੋਂ ਜਾਣ ਦਾ ਹੁਕਮ ਹੋ ਗਿਆ ਤੈਨੂੰ ਛੱਡਣਾ ਪੈਣਾ। ਬਹਾਨਾ ਕੋਈ ਨਾ ਕੋਈ ਬਣ ਜਾਣਾ, ਕਿਸੇ ਦਾ ਪੁੱਤਰ ਵੈਰੀ ਬਣ ਜਾਣਾ, ਕਿਸੇ ਦਾ ਦੋਸਤ, ਕਿਸੇ ਦੀ ਫੌਜ, ਕਿਸੇ ਦਾ ਪਰਿਵਾਰ, ਜਾਂ ਕਿਸੇ ਦਾ ਕੋਈ ਗੁਆਂਢੀ ਰਾਜਾ ਦੁਸ਼ਮਣ ਬਣ ਜਾਏਗਾ। ਪਾਤਸ਼ਾਹ ਕਹਿਣ ਲੱਗੇ ਪਦਾਰਥ ਨੇ ਸੁੱਖ ਜਿੰਨਾ ਦੇਣਾ ਸੀ ਦੇ ਕੇ ਫਿਰ ਨਿਬੜਿਆ, ਉਹਨੇ ਤੈਨੂੰ ਛੱਡ ਕੇ ਚਲੇ ਵੀ ਜਾਣਾ। ਜੇ ਆਇਆ ਹੈ ਤੇ ਉਹਦੇ ਵਿੱਚ ਤੇਰੀ ਖੁਸ਼ੀ ਹੈ, ਗਿਆ ਅੱਜ ਤੇਰਾ ਗਮ ਹੈ, ਪਰ ਆਇਆ ਵੀ ਉਹਦੇ ਹੁਕਮ ਦੇ ਵਿੱਚ ਹੈ, ਜਾਣਾ ਵੀ ਉਹਨੇ ਉਹਦੇ ਹੁਕਮ ਦੇ ਵਿੱਚ ਹੈ। ਇਸ ਤਰ੍ਹਾਂ ਪਦਾਰਥ ਆ ਕੇ ਚਲੇ ਜਾਂਦਾ, ਨਿਬੜ ਜਾਂਦਾ ਹੈ। ਹੰਡੇ ਜੀ ਕਮਾਂਦੇ,
ਇਹ ਜਿਹੜੇ ਜੀਵ ਨੇ ਆਪਣੇ ਕਰਮਾਂ ਨੂੰ ਪ੍ਰਾਪਤ ਕਰਕੇ ਤੇ ਕਮਾਉਂਦੇ ਫਿਰਦੇ, ਕੋਈ ਸੁੱਖ ਕੋਈ ਦੁੱਖ, ਕੋਈ ਖੁਸ਼ੀ ਤੇ ਕੋਈ ਗਮੀ, ਆਪਣੇ ਕਰਮਾਂ ਦਾ ਦਿੱਤਾ ਹੋਇਆ ਇਹ ਲੇਖ, ਇਹ ਕਰਮ ਭੋਗਦੇ ਹਨ। ਪਹਿਲਾ ਦੂਜਾ ਨੱਕ ਹੱਥ ਖਸਮ ਹੱਥ ਕਿਰਤ ਧੱਕੇ ਦੇ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਇਹ ਆਪਾਂ ਨੂੰ ਸ਼ਲੋਕ ਪ੍ਰਾਪਤ ਹੋ ਰਿਹਾ। ਸਤਿਗੁਰੂ ਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਹ ਬਚਨ ਲਿਖੇ ਨੇ ਵੀ ਕਰਮਾਂ ਦੀ ਦਾਤ ਹੀ ਪ੍ਰਾਪਤ ਹੁੰਦੀ ਹੈ, ਆਪ ਜੀ ਕਿਰਪਾ ਕਰਕੇ ਇਹਦੇ ਉੱਪਰ ਕੋਈ ਵਿਚਾਰ ਦਿਓ। ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੋ ਦੂਜੇ ਗੁਰੂ ਨੇ, ਉਹਨਾਂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਨੱਕ ਨੱਥ ਖਸਮ ਹੱਥ। ਇਹ ਭਾਈ ਜਿਹੜਾ ਸਾਡਾ ਨੱਕ ਹੈ ਨਾ, ਨੱਕ ਤੋਂ ਭਾਵ ਕਿ ਇਹ ਜੋ ਸਾਡਾ ਮਨ ਹੈ ਜਾਂ ਕਹਿ ਲਈਏ ਸਾਡਾ ਕਰਮ ਹੈ, ਇਹ ਖਸਮ ਹੱਥ, ਇਹ ਪ੍ਰਮਾਤਮਾ ਦੇ ਹੱਥ ਵਿੱਚ ਹੈ। ਉਹਦੇ ਹੱਥ ਵਿੱਚ ਕੀ ਹੈ? ਉਹਦੇ ਹੱਥ ਵਿੱਚ ਇਹ ਸਾਡੇ ਨੱਕ ਨੂੰ ਜਿਹੜੀ ਨਕੇਲ ਪਾਈ ਹੋਈ ਹੈ, ਬਸ ਉਹਨੂੰ ਨਕੇਲ ਪਾਈਏ, ਨੱਥ ਪਾਈਏ ਤੇ ਆਪਣੀ ਮਰਜ਼ੀ ਨਾਲ ਖਿੱਚ ਕੇ ਲੈ ਜਾਈਦਾ ਨਾ, ਜਿੱਥੇ ਮਰਜ਼ੀ ਲੈ ਜਾਈਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨੱਕ ਨੱਥ, ਇਹ ਜੋ ਸਾਡਾ ਮਨ ਰੂਪੀ ਨੱਕ ਹੈ, ਇਹ ਪ੍ਰਮਾਤਮਾ ਦੇ ਹੁਕਮ ਰੂਪੀ ਹੱਥ ਵਿੱਚ ਫੜਿਆ ਹੋਇਆ ਹੈ ਤੇ ਉਹ ਪ੍ਰਮਾਤਮਾ ਆਪਣੇ ਹੁਕਮ ਦੇ ਵਿੱਚ ਕਰਮਾਂ ਦੇ ਮੁਤਾਬਕ ਚਲਾਉਂਦਾ ਹੈ। ਇਹ ਸਾਡੇ ਮਨ ਨੂੰ ਕਰਮਾਂ ਰੂਪੀ ਨੱਥ ਪਾਈ ਹੋਈ ਹੈ ਪ੍ਰਮਾਤਮਾ ਨੇ। ਕਰਮ ਆਪੋ ਆਪਣਾ ਹੈ, ਕਰਮੀ ਆਪੋ ਆਪਣੀ ਬਾਣੀ ਦਾ ਬਚਨ ਹੈ। ਕਿਸੇ ਦੀ ਕਰਮੀ ਚੰਗੀ ਹੈ, ਕਰਮੀ ਤੋਂ ਭਾਵ ਗੁਰਮੁਖੋ ਕਰਮ, ਕਿਸੇ ਦੇ ਕਰਮ ਚੰਗੇ, ਕਰਮੀ ਆਪੋ ਆਪਣੀ, ਕਿਸੇ ਦੇ ਕਰਮ ਮਾੜੇ। ਪਾਤਸ਼ਾਹ ਕਹਿਣ ਲੱਗੇ ਇਹ ਕਰਮਾਂ ਰੂਪੀ ਰੱਸੀ ਹੈ ਜਿਹੜੀ ਸਾਡੀ ਮਨ ਰੂਪੀ ਨੱਕ ਨੂੰ ਪਈ ਹੋਈ ਹੈ, ਪ੍ਰਮਾਤਮਾ ਨੇ ਆਪਣੇ ਹੁਕਮ ਰੂਪੀ ਹੱਥਾਂ ਵਿੱਚ ਫੜੀ ਹੋਈ ਹੈ। ਜਿੱਧਰ ਜਿੱਧਰ ਨੂੰ ਕਰਮ ਜਾਂਦਾ ਹੈ, ਉਧਰ ਉਧਰ ਨੂੰ ਜੀਵੇ ਖਿੱਚਿਆ ਜਾਂਦਾ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਕਿਰਤ ਤੋਂ ਭਾਵ ਹੁੰਦਾ ਗੁਰਮੁਖੋ ਕਰਮ, ਇਹ ਸਾਡੇ ਕਰਮਾਂ ਦੇ ਧੱਕੇ ਨੇ। ਕਿਸੇ ਦਾ ਕਰਮ ਇੱਥੇ ਲਿਖਿਆ ਉਹ ਇੱਥੇ ਬੈਠਾ, ਕਿਸੇ ਦਾ ਕਰਮ ਵਿਦੇਸ਼ ਵਿੱਚ ਲਿਖਿਆ ਉਹ ਵਿਦੇਸ਼ ਵਿੱਚ ਬੈਠਾ, ਕੋਈ ਹੋਰ ਦੂਰ ਬੈਠਾ, ਕੋਈ ਨੇੜੇ ਬੈਠਾ, ਪਰ ਹੈ ਕਰਮਾਂ ਦੇ ਧੱਕੇ ਸਾਰਿਆਂ ਨੂੰ। ਕਿਸੇ ਨੂੰ ਇੱਥੇ ਪੈਂਦੇ ਪਏ, ਕਿਸੇ ਨੂੰ ਉੱਥੇ ਪੈਂਦੇ ਪਏ। ਇਹ ਆਪੋ ਆਪਣੇ ਕਰਮਾਂ ਦੇ ਧੱਕੇ ਨੇ। ਜਿਵੇਂ ਦੇ ਕਰਮ ਕੀਤੇ ਉਵੇਂ ਦੇ ਧੱਕੇ ਦੁਨੀਆ ਵਿੱਚ ਖਾਣੇ ਹੀ ਪੈਣਗੇ। ਚੰਗਾ ਕਰਮ ਕੀਤਾ ਤੇ ਚੰਗੇ, ਮਾੜਾ ਕਰਮ ਕੀਤਾ ਤੇ ਮਾੜੇ। ਪਾਤਸ਼ਾਹ ਕਹਿਣ ਲੱਗੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਇਹ ਤੇਰੇ ਕਰਮਾਂ ਦੇ ਧੱਕੇ, ਰੱਬ ਨਹੀਂ ਧੱਕਾ ਮਾਰਦਾ ਕਿਸੇ ਨੂੰ। ਕਈ ਵਾਰੀ ਸਾਡੇ ਤੇ ਦੁੱਖ ਆ ਜਾਂਦਾ, ਰੱਬ ਨੂੰ ਉਲਾਂਭਾ ਦਿੰਦੇ, ਰੱਬਾ ਤੂੰ ਮੇਰੇ ਨਾਲ ਬੜਾ ਮਾੜਾ ਕੀਤਾ। ਉਹ ਨਹੀਂ ਮਾੜਾ ਕਰਦਾ, ਉਹ ਤੇਰਾ ਵੈਰੀ ਨਹੀਂ ਹੈ, ਤੇਰਾ ਮਾੜਾ ਨਹੀਂ ਉਹ ਕਰਨਾ ਚਾਹੁੰਦਾ। ਅਸਲ ਵਿੱਚ ਤੇਰਾ ਕਰਮ ਤੇਰਾ ਵੈਰੀ ਹੈ। ਤੇਰੇ ਕਰਮ ਨੇ ਤੈਨੂੰ ਧੱਕਾ ਮਰਵਾਇਆ ਤੇ ਕਰਮ ਦਾ ਧੱਕਾ ਫਿਰ ਖਾਣਾ ਪੈਂਦਾ, ਕਿਉਂਕਿ ਕਰਮ ਕੀਤਾ ਆਪ ਹੈ ਨਾ। ਸਾਡੀ ਜਗ੍ਹਾ ਤੇ ਕਰਮ ਕਿਸੇ ਨੇ ਨਹੀਂ ਕੀਤਾ। ਰੱਬ ਦੀ ਇੱਕ ਇਹੋ ਜਿਹਾ ਕਾਨੂੰਨ ਬਣਾਇਆ ਹੋਇਆ ਹੈ, ਮੇਰੇ ਹੱਥੋਂ ਕੀਤਾ ਗਿਆ ਕੰਮ ਉਹਦਾ ਫਲ ਵੀ ਮੈਨੂੰ ਹੀ ਭੋਗਣਾ ਪੈਣਾ। ਜਿਹੜਾ ਕਰਮ ਅਸੀਂ ਆਪ ਕੀਤਾ ਉਹ ਫਿਰ ਕਰਮ ਦਾ ਫਲ ਵੀ ਆਪ ਭੋਗਣਾ ਹੈ। ਇਹ ਤੇ ਕਰਮਾਂ ਦੇ ਧੱਕੇ ਨੇ, ਕਿਸੇ ਦੇ ਚੰਗੇ ਕਿਸੇ ਦੇ ਮਾੜੇ। ਜਿਵੇਂ ਦੇ ਕੋਈ ਕਰਦਾ ਉਵੇਂ ਦੇ ਫਲ ਉਸ ਨੂੰ ਪ੍ਰਾਪਤ ਹੁੰਦੇ ਹਨ। ਜਹਾਂ ਦਾਣਾ ਤਹਾਂ ਖਾਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਕਰਮਾਂ ਰੂਪੀ ਜਿਹੜੇ ਦਾਣੇ ਨੇ ਨਾ, ਪਰਮਾਤਮਾ ਨੇ ਜਿੱਥੇ ਲਿਖੇ ਨੇ ਤੇਰੇ ਕਰਮਾਂ ਦੇ ਦਾਣੇ ਖਾਣੇ, ਉੱਥੇ ਜਾ ਕੇ ਹੀ ਖਾਣੇ। ਇਹ ਕਰਮ ਰੂਪੀ ਵੀ ਦਾਣਾ ਹੀ ਹੈ। ਜਿੱਥੇ ਜਿੱਥੇ ਲਿਖਿਆ ਇੱਥੋਂ ਦੁੱਖ ਮਿਲਣਾ ਉੱਥੇ ਹੀ ਮਿਲੇਗਾ, ਇੱਥੇ ਸੁੱਖ ਮਿਲਣਾ ਉੱਥੋਂ ਹੀ ਮਿਲੇਗਾ, ਇੱਥੋਂ ਆਮਦਨ ਮਿਲੇਗੀ ਉੱਥੋਂ ਹੀ ਮਿਲੇਗੀ, ਇੱਥੋਂ ਘਾਟਾ ਪਵੇਗਾ ਉੱਥੋਂ ਹੀ ਪਵੇਗਾ। ਜਹਾਂ ਦਾਣੇ, ਜਿੱਥੇ ਜਿੱਥੇ ਕਰਮਾਂ ਰੂਪੀ ਦਾਣੇ ਹਨ, ਤਹਾਂ ਖਾਣੇ, ਉੱਥੇ ਜਾ ਜਾ ਕੇ ਇਹਨਾਂ ਕਰਮਾਂ ਨੂੰ ਭੁਗਣਾ ਪੈਂਦਾ। ਜਿੰਨਾ ਮਰਜ਼ੀ ਕਿਸੇ ਦੇ ਮਗਰ ਲੱਗ ਕੇ ਤੂੰ ਆਖ ਵੀ ਅੱਜ ਸ਼ਨੀਵਾਰ ਤੇ ਪੀਲੀ ਚੀਜ਼ ਦਾਨ ਕਰਾਂਗਾ, ਅੱਜ ਐਤਵਾਰ ਹੈ ਅੱਜ ਚਿੱਟੀ ਵਸਤੂ ਦਾਨ ਕਰਾਂਗਾ, ਅੱਜ ਫਲਾਣਾ ਵਾਰ ਹੈ ਤੇ ਅੱਜ ਮੈਂ ਹਰੇ ਰੰਗ ਦੀ ਵਸਤੂ ਦਾਨ ਕਰਾਂਗਾ। ਗੁਰੂ ਘਰਾਂ ਦੇ ਵਿੱਚ ਵੀ ਲੋਕ ਇਹ ਕਰਮ ਕਰਦੇ ਨੇ ਆ ਕੇ ਵੀ ਸਾਡਾ ਕਰਮ ਸਾਨੂੰ ਦੁੱਖ ਨਾ ਮਿਲੇ। ਜਿਵੇਂ ਕਿਸੇ ਜੋਤਸ਼ੀ ਨੇ ਦੱਸਿਆ, ਪੰਡਤ ਨੇ ਦੱਸਿਆ ਵੀ ਫਲਾਣੇ ਦਿਨ ਫਲਾਣੀ ਵਸਤੂ ਜਾ ਕੇ ਉੱਥੇ ਲੰਗਰ ਵਿੱਚ ਪਾ ਦੇ, ਗੁਰੂ ਦੇ ਅੱਗੇ ਰੱਖ ਦੇ, ਤੇਰਾ ਦੁੱਖ ਟਲ ਜਾਏਗਾ। ਉਹ ਕਹਿਣ ਵਾਲਾ, ਉਹ ਕਰਨ ਵਾਲਾ ਤੇ ਆਪਣਾ ਵਪਾਰ ਕਰਦਾ ਪਿਆ, ਤੇਰੇ ਕੋਲੋਂ ਆਪਣੀ ਆਮਦਨੀ ਚਾਹੁੰਦਾ ਪਿਆ, ਕਮਾਈ ਕਰਦਾ ਪਿਆ, ਪਰ ਇਸ ਤਰ੍ਹਾਂ ਕਰਮ ਦੇ ਨਾਲ ਕਦੇ ਕਰਮ ਨਹੀਂ ਟਲਦਾ, ਉਹ ਭੁਗਣਾ ਹੀ ਪੈਣਾ ਹੈ। ਜੇ ਇਸ ਤਰ੍ਹਾਂ ਕਰਨ ਦੇ ਨਾਲ ਕਰਮ ਟਲ ਜਾਣ ਤੇ ਵੱਡੇ ਵੱਡੇ ਰਾਜੇ ਤੇ ਫਿਰ ਜਿੰਨਾ ਮਰਜ਼ੀ ਦਾਨ ਕਰਕੇ ਤੇ ਸਦਾ ਹੀ ਕੁਰਸੀਆਂ ਤੇ ਬੈਠੇ ਰਹਿਣ, ਸਦਾ ਹੀ ਰਾਜੇ ਬਣੇ ਰਹਿਣ। ਕਿਹਦਾ ਜੀ ਕਰਦਾ ਤਖਤ ਛੱਡਣ ਨੂੰ, ਕਿਹਦਾ ਜੀ ਕਰਦਾ ਰਾਜ ਛੱਡਣ ਨੂੰ, ਕਿਹਦਾ ਜੀ ਕਰਦਾ ਦੁਖੀ ਹੋਣ ਨੂੰ, ਕਿਹੜਾ ਚਾਹੁੰਦਾ ਮੈਂ ਡਾਕਟਰਾਂ ਦੇ ਕੋਲ ਜਾ ਕੇ ਉੱਥੇ ਚੀਰਿਆ ਫਾੜਿਆ ਜਾਵਾਂ,
मैं उत्थे जाके दुखी होवां? सुख तो सारिਆਂ ਨੂੰ ਚਾਹੀਦਾ। ਤੇ ਜੇ ਇਸ ਤਰ੍ਹਾਂ ਕਰਨ ਦੇ ਨਾਲ ਹੀ ਸੁਖ ਮਿਲਦੇ ਹੋਣ ਤੇ ਫਿਰ ਦੁਨੀਆ ਤੇ ਬੜੇ ਬੜੇ ਦਾਨ ਕਰ ਛੱਡੇ। ਪਰ ਨਹੀਂ ਗੁਰਮੁਖ ਪਿਆਰਿਆ, ਇਹ ਤੇਰੇ ਇੱਕ ਮਨ ਦਾ ਭਰਮ ਹੈ। ਔਰ ਗੁਰੂ ਦੀ ਸੰਗਤ ਵਿੱਚ ਆ ਕੇ ਕਿਸੇ ਦਾ ਬੁਰਾ ਸੋਚਣਾ ਵੀ ਮੇਰਾ ਦੁੱਖ ਕੋਈ ਲੈ ਜਾਵੇ ਤੇ ਮੈਂ ਸੁਖੀ ਹੋ ਜਾਵਾਂ, ਇਹ ਭਾਵਨਾ ਲੈ ਕੇ ਆਇਆ ਸੁਖ ਮਿਲੇਗਾ ਕਿਵੇਂ? ਮਿਲ ਨਹੀਂ ਸਕਦਾ। ਇਹ ਤੇਰਾ ਭਰਮ ਤੈਨੂੰ ਕਿਸੇ ਨੇ ਮਾੜੇ ਪਾਸੇ ਲਾ ਦਿੱਤਾ। ਜੇ ਤੂੰ ਆਪਣਾ ਕਰਮ ਮੇਟਣਾ ਚਾਹਣਾ ਤੇ ਕੇਵਲ ਬਾਣੀ ਪੜ੍ਹ, ਨਾਮ ਜਪ, ਆਪਣੇ ਘਰ ਵਿੱਚ ਬੈਠ ਕੇ ਜਪ ਲੈ। ਬਾਣੀ ਪੜ੍ਹ ਲੈ ਆਪਣੇ ਘਰ ਵਿੱਚ ਬੈਠ ਕੇ, ਜਾਂ ਗੁਰੂ ਘਰ ਆ ਕੇ ਉਸ ਬਾਣੀ ਪੜ੍ਹੀ ਹੋਈ ਨੇ, ਜਪੇ ਹੋਏ ਨਾਮ ਨੇ ਤੇਰਾ ਭਲਾ ਕਰ ਦੇਣਾ। ਪਰ ਜੇ ਤੂੰ ਆਖੇ ਨਾ ਵੀ ਦਾਲਾਂ ਤੇ ਕੇਲੇ ਤੇ ਆ ਵਸਤੂਆਂ ਦਾਨ ਕਰਕੇ ਦੇ ਕੇ ਇਸ ਵਾਰ ਨੂੰ ਆਹ ਚੀਜ਼ ਦੇਣੀ ਹੈ ਤੇ ਮੇਰਾ ਦੁੱਖ ਟਲੇਗਾ, ਕਦੇ ਨਹੀਂ ਟਲਣਾ। ਇਸ ਭਰਮ ਨੂੰ ਕੱਢ ਕੇ ਪਰੇ ਕਰ ਦੇ। ਮਹਾਰਾਜ ਕਹਿਣ ਲੱਗੇ, ਪਾਤਸ਼ਾਹ ਕਹਿੰਦੇ ਜਹਾਂ ਦਾਣੇ, ਜਿੱਥੇ ਕਰਮਾਂ ਰੂਪੀ ਦਾਣੇ ਨੇ, ਭਾਵੇਂ ਸੁੱਖ ਦੇ ਤੇ ਭਾਵੇਂ ਦੁੱਖ ਦੇ, ਤਹਾਂ ਖਾਣੇ, ਉੱਥੇ ਜਾ ਕੇ ਉਹ ਖਾਣੇ ਪੈਣੇ, ਭੋਗਣੇ ਪੈਣੇ ਨੇ। ਨਾਨਕਾ ਸੱਚ ਹੈ। ਇਹ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਸੱਚਾ ਬਚਨ 100% ਸੱਚ ਹੈ। ਇਹਨੂੰ ਕੋਈ ਝੁਠਲਾ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ। ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਉਸ ਤਰ੍ਹਾਂ ਦੇ ਫਲ ਉਸ ਨੂੰ ਪ੍ਰਾਪਤ ਹੁੰਦੇ ਨੇ। ਫਿਰ ਮਹਾਰਾਜ ਇਸ ਸ਼ਲੋਕ ਸ਼ੁਰੂ ਤੋਂ ਬਖਸ਼ਿਸ਼ ਕਰਦੇ ਹਨ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਹਾਂ ਦਾਣੇ, ਇਹ ਜੋ ਸਤ ਸੰਗਤ ਹੈ ਨਾ, ਜਿੱਥੇ ਆਪਾਂ ਬੈਠੇ ਆ ਕੇ, ਇੱਥੇ ਗੁਰਮੁਖੋ ਨਾਮ ਦੇ ਦਾਣੇ ਪ੍ਰਾਪਤ ਹੁੰਦੇ, ਜਾਂ ਕਹਿ ਲਈਏ ਸ਼ੁਭ ਗੁਣਾਂ ਦੇ। ਗੁਰੂ ਦੀ ਸੰਗਤ ਵਿੱਚ ਆ ਕੇ ਕਦੇ ਮਾੜਾ ਗੁਣ ਨਹੀਂ ਮਿਲਦਾ। ਸਾਡਾ ਕੋਈ ਧੀ ਪੁੱਤਰ ਇਹ ਗੱਲ ਕਵੇ ਨਾ ਮੈਂ ਗੁਰਦੁਆਰੇ ਚੱਲਿਆ ਮੱਥਾ ਟੇਕਣ, ਤੇ ਮਾਂ ਬਾਪ ਕਦੇ ਨਹੀਂ ਰੋਕਦਾ ਵੀ ਤੂੰ ਕਿਉਂ ਚੱਲਿਆ। ਸਗੋਂ ਮਾਂ ਬਾਪ ਖੁਸ਼ ਹੁੰਦਾ। ਕਿਉਂ ਖੁਸ਼ ਹੁੰਦਾ? ਮਾਂ ਬਾਪ ਨੂੰ ਪਤਾ ਵੀ ਉੱਥੋਂ ਚੰਗੀ ਗੱਲ ਹੀ ਸਿੱਖ ਕੇ ਆਵੇਗਾ, ਚੰਗਾ ਗੁਣ ਲੈ ਕੇ ਆਵੇਗਾ। ਤੇ ਜੇ ਧੀ ਪੁੱਤਰ ਆਖੇ ਮੈਂ ਠੇਕੇ ਤੇ ਚੱਲਿਆ ਤੇ ਮਾਂ ਬਾਪ ਰੋਕਦਾ, ਆਪ ਵੀ ਰੋਕਦਾ, ਦੂਜਿਆਂ ਨੂੰ ਵੀ ਕਹਿੰਦਾ ਵੀ ਰੋਕੋ, ਇਹ ਮਾੜੇ ਪਾਸੇ ਚੱਲਿਆ, ਉੱਥੋਂ ਮਾੜਾ ਔਗਣ ਸਿੱਖ ਕੇ ਆਵੇਗਾ, ਮਾੜੀ ਸੰਗਤ ਵਿੱਚ ਪਵੇਗਾ। ਪਰ ਜੇ ਗੁਰੂ ਘਰੇ ਆਉਂਦਾ ਪਿਆ, ਰੋਕਦਾ ਕੋਈ ਨਹੀਂ ਉਸਨੂੰ। ਭਾਵੇਂ ਧੀ ਪੁੱਤਰ ਜਵਾਨ ਹੈ, ਮਾਂ ਬਾਪ ਫਿਰ ਵੀ ਆਖਦਾ ਚੱਲ ਕੋਈ ਨਹੀਂ, ਜਾ ਚੰਗੇ ਪਾਸੇ ਚੱਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਸਤ ਸੰਗਤ ਹੈ ਨਾ, ਇਹਦੇ ਵਿੱਚ ਗੁਰਮੁਖੋ ਸ਼ੁਭ ਗੁਣਾਂ ਦੇ ਦਾਣੇ ਪ੍ਰਾਪਤ ਹੁੰਦੇ ਨੇ। ਸ਼ੁਭ ਗੁਣ, ਚੰਗੇ ਗੁਣ ਇੱਥੋਂ ਪ੍ਰਾਪਤ ਹੁੰਦੇ ਸੰਗਤ ਵਿੱਚੋਂ ਆ ਕੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਨਾਮ ਰੂਪੀ ਦਾਣੇ ਇੱਥੋਂ ਆ ਕੇ ਪ੍ਰਾਪਤ ਹੁੰਦੇ। ਨਾਮ, ਹੁਣ ਆਪਾਂ ਕਥਾ ਸੁਣਦੇ ਪਏ ਹਾਂ, ਗੁਰਮੁਖੋ ਕਥਾ ਵੀ ਨਾਮ ਹੈ। ਕੀਰਤਨ ਸੁਣਦੇ ਪਏ, ਕੀਰਤਨ ਵੀ ਨਾਮ ਹੈ। ਪਾਠ ਸੁਣਦੇ ਪਏ, ਪਾਠ ਵੀ ਨਾਮ ਹੈ। ਇਹ ਸਤ ਸੰਗਤ ਵਿੱਚ ਨਾਮ ਦੇ ਦਾਣੇ ਪ੍ਰਾਪਤ ਹੁੰਦੇ। ਤੇ ਪਾਤਸ਼ਾਹ ਕਹਿਣ ਲੱਗੇ ਜਹਾਂ ਦਾਣੇ ਤਹਾਂ ਖਾਣੇ। ਇਹ ਸਤ ਸੰਗਤ ਵਿੱਚ ਆ ਕੇ ਜਿਨ੍ਹਾਂ ਨੇ ਨਾਮ ਰੂਪੀ ਦਾਣਿਆਂ ਨੂੰ ਇਕੱਠਾ ਕੀਤਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਸ਼ੁਭ ਗੁਣਾਂ ਨੂੰ ਇਕੱਠਿਆਂ ਕੀਤਾ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨੱਕ ਨੱਥ, ਉਹਨਾਂ ਗੁਰਮੁਖਾਂ ਨੇ ਆਪਣੇ ਮਨ ਰੂਪੀ ਨੱਕ ਨੂੰ ਕਹਿ ਲਈਏ ਨੱਥ ਪਾ ਲਈ ਹੈ, ਰੋਕ ਲਿਆ, ਕੰਟਰੋਲ ਕਰ ਲਿਆ ਆਪਣੇ ਮਨ। ਇਹ ਮਨ ਸਾਡਾ ਭੱਜਾ ਫਿਰਦਾ ਨਾ ਹਰ ਵੇਲੇ ਵਿਕਾਰਾਂ ਦੇ ਵਿੱਚ, ਪਰ ਜਿਹੜੇ ਸੰਗਤ ਵਿੱਚ ਆ ਗਏ ਉਹਨਾਂ ਨੇ ਮਨ ਨੂੰ ਆਪਣੇ ਵੱਸ ਵਿੱਚ ਕਰ ਲਿਆ, ਮਨ ਨੂੰ ਨੱਥ ਪਾ ਲਈ ਉਹਨਾਂ ਨੇ। ਉਹਨਾਂ ਦਾ ਮਨ ਫਿਰ ਉਹਨਾਂ ਦੀ ਆਗਿਆ ਤੋਂ ਪਰੇ ਨਹੀਂ ਜਾਂਦਾ ਹੈ। ਨੱਕ ਨੱਥ ਖਸਮ ਹੱਥ, ਕਹਿਣ ਲੱਗੇ ਖਸਮ ਪ੍ਰਮਾਤਮਾ ਅਕਾਲ ਪੁਰਖ ਦਾ ਮਿਹਰ ਰੂਪੀ ਹੱਥ ਉਹਨਾਂ ਤੇ ਆਇਆ। ਉਹਦੀ ਮਿਹਰ ਦੇ ਨਾਲ ਉਹਨਾਂ ਨੇ ਮਨ ਰੂਪੀ ਨੱਕ ਨੂੰ ਨੱਥ ਪਾ ਕੇ ਰੋਕ ਲਿਆ ਮਾੜੇ ਪਾਸਿਓਂ, ਮਾੜੀ ਸੰਗਤ ਦੇ ਵੱਲੋਂ। ਤੇ ਪਾਤਸ਼ਾਹ ਕਹਿਣ ਲੱਗੇ ਕਿਰਤ ਧੱਕੇ ਦੇ, ਉਹਨਾਂ ਗੁਰਮੁਖਾਂ ਨੇ ਜਿਹੜੇ ਔਗਣਾ ਰੂਪੀ ਕਰਮ ਨੇ ਉਹਨਾਂ ਨੂੰ ਧੱਕਾ ਹੀ ਮਾਰ ਦਿੱਤਾ, ਪਰੇ ਕਰ ਦਿੱਤਾ ਹੈ। ਮਾੜਾ ਵਿਚਾਰ ਕਦੇ ਨੇੜੇ ਹੀ ਨਹੀਂ ਆਉਣ ਦਿੱਤਾ। ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਹੈ, ਉਹਨਾਂ ਦੇ ਮਨ ਵਿੱਚ ਮਾੜਾ ਵਿਚਾਰ ਆਉਂਦਾ ਨਹੀਂ। ਜੇ ਆ ਵੀ ਜਾਵੇ ਤੇ ਉਹ ਧੱਕਾ ਮਾਰ ਕੇ ਪਰੇ ਕਰ ਦਿੰਦੇ ਕਿ ਮੈਨੂੰ ਮਾੜੇ ਵਿਚਾਰ ਦੀ ਲੋੜ ਨਹੀਂ ਹੈ, ਮੈਨੂੰ ਕੁਕਰਮ ਦੀ ਲੋੜ ਨਹੀਂ ਹੈ, ਮੈਨੂੰ ਪਾਪ ਦੀ ਲੋੜ ਨਹੀਂ ਹੈ। ਦੁਨੀਆ ਭਾਵੇਂ ਬੜਾ ਉਤਸ਼ਾਹ ਦੇਈ ਜਾਵੇ, ਚੱਲ ਕੋਈ ਨਹੀਂ ਦੇਖਦਾ, ਇਸ ਤਰ੍ਹਾਂ ਦਾ ਕਰਮ ਆਪਾਂ ਲੁੱਕ ਕੇ ਕਰ ਲੈਂਦੇ। ਪਰ ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ ਉਹ ਕਹਿਣ ਲੱਗਾ ਮੈਂ ਲੁੱਕ ਕੇ ਵੀ ਨਹੀਂ ਕਰਾਂ। ਦੁਨੀਆ ਵੱਲੋਂ ਲੁਕਿਆ ਛੁਪਿਆ ਜਾ ਸਕਦਾ, ਪਰਮਾਤਮਾ ਅੱਗੇ ਨਹੀਂ ਮੈਂ ਛੁਪ ਸਕਦਾ। ਕਹਿਣ ਲੱਗੇ ਉਹ ਫਿਰ ਗੁਰਮੁਖ ਜਿਹੜੇ ਨੇ ਉਹ ਕਿਰਤ ਧੱਕੇ ਦੇ, ਮਾੜੇ ਕਰਮਾਂ ਨੂੰ ਧੱਕਾ ਮਾਰ ਕੇ ਪਰੇ ਕਰ ਦਿੰਦੇ, ਮਾੜੇ ਕਰਮਾਂ ਦੇ ਨੇੜੇ ਨਹੀਂ ਜਾਂਦੇ। ਐਸੀਆਂ ਦਾਤਾਂ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ ਹਨ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੱਬ ਦੀ ਦਰਗਾਹ ਦਾ ਭਾਈ ਇਹ ਸੱਚ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ ਸਰੀਰ ਛੱਡ ਕੇ ਸੱਚਖੰਡ ਨੂੰ ਜਾਵੇਗਾ, ਇਹ ਤੈਨੂੰ ਸੱਚ ਇਹ ਬਖਸ਼ਿਸ਼ ਕੀਤਾ, ਜਿਸ ਤਰ੍ਹਾਂ ਦੇ ਦਾਣੇ ਇੱਥੇ ਬੀਜੇਗਾ ਉਸੇ ਤਰ੍ਹਾਂ ਦਾ ਫਲ ਭੋਗੇਗਾ।
ਜੇ ਸਤ ਸੰਗਤ ਵਿੱਚ ਬੈਠਾ ਸ਼ੁਭ ਗੁਣਾਂ ਦੇ ਦਾਣੇ ਪ੍ਰਾਪਤ ਹੋਣਗੇ, ਮਾੜੀ ਸੰਗਤ ਵਿੱਚ ਜਾ ਕੇ ਬੈਠਾ ਉੱਥੇ ਔਗੁਣਾਂ ਦੇ ਦਾਣੇ ਪ੍ਰਾਪਤ ਹੋਣਗੇ। ਸ਼ੁਭ ਗੁਣ ਇਕੱਠੇ ਕੀਤੇ ਕਰੇਗਾ ਤੇ ਫਿਰ ਭਗਤੀ ਹੋਵੇਗੀ, ਮਾੜੇ ਔਗੁਣ ਇਕੱਠੇ ਕਰੇਗਾ ਤੇ ਪਾਪ ਹੋਵੇਗਾ। ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਸ਼ੁਭ ਗੁਣ ਨਹੀਂ ਨਾ ਕਰਦਾ, ਚੰਗੇ ਕਰਮ ਨਹੀਂ ਨਾ ਕਰਦਾ, ਉਹਨਾਂ ਚਿਰ ਭਗਤੀ ਨਹੀਂ, ਭਗਤੀ ਨੂੰ ਫਲ ਨਹੀਂ ਪੈਂਦਾ ਹੈ। ਇਸ ਕਰਕੇ ਉਹ ਗੁਰਮੁਖ ਜਿਹੜੇ ਨੇ ਸ਼ੁਭ ਗੁਣਾਂ ਦੀ ਦਾਤ ਨੂੰ ਪ੍ਰਾਪਤ ਕਰਦੇ ਹਨ। ਪੌੜੀ ਸਭੇ ਗੱਲਾਂ ਆਪ ਥਾਟ ਬਹਾਲਿਓ ਨਾ। ਅਕਾਲ ਪੁਰਖ ਨੇ ਕਿਰਪਾ ਕਰਕੇ ਸਾਰੀਆਂ ਗੱਲਾਂ ਦਾ ਥਾਟ ਕਹੀਏ ਬਨਾਵਟ ਨੂੰ ਆਪ ਹੀ ਉਸਨੇ ਬਣਾਇਆ ਹੈ। ਸਾਰੀ ਬਨਾਵਟ ਆਪੇ ਬਣਾਈ ਹੈ। ਦੁਨੀਆ ਵੀ ਉਹਨੇ ਬਣਾਈ, ਮਾਤਾ ਪਿਤਾ ਵੀ ਉਹਨੇ ਪੈਦਾ ਕੀਤੇ, ਬੱਚੇ ਵੀ ਅੱਗੇ ਉਹਨੇ ਪੈਦਾ ਕਰਵਾਏ, ਅੱਗੇ ਕਰਮ ਵੀ ਉਹਨਾਂ ਦੇ ਲਿਖੇ, ਰਿਜ਼ਕ ਵੀ ਸਾਰਿਆਂ ਦੇ ਸਿਰ ਬਸਿਰ ਬਖਸ਼ਿਸ਼ ਕੀਤਾ ਹੈ। ਇਹ ਸਾਰਾ ਥਾਟ ਦੁਨੀਆ ਦਾ ਪਰਮਾਤਮਾ ਨੇ ਆਪ ਆਪਣੀ ਮੌਜ ਦੇ ਵਿੱਚ ਹੁਕਮ ਦੇ ਨਾਲ ਬਣਾ ਕੇ ਸਾਰਿਆਂ ਨੂੰ ਪੈਦਾ ਕੀਤਾ ਹੈ। ਆਪੇ ਰਚਨ ਰਚਾਏ ਆਪੇ ਹੀ ਘਾਲਿਓ ਨਾ। ਦੁਨੀਆ ਦੀ ਰਚਨਾ ਵੀ ਉਹਨੇ ਆਪ ਹੀ ਰਚਾਈ ਹੈ, ਦੁਨੀਆ ਬਣਾਈ ਵੀ ਉਹਨੇ ਆਪ ਹੈ, ਆਪ ਦੁਨੀਆ ਬਣਾਈ ਹੈ, ਆਪ ਘਾਲਿਓ। ਫਿਰ ਆਪ ਹੀ ਸਾਰਿਆਂ ਵਿੱਚ ਚੇਤਨ ਸੱਤਾ ਵੀ ਪਾਈ ਹੈ। ਘੁਮਿਆਰ ਘੜਾ ਬਣਾਉਂਦਾ ਨਾ ਗੁਰਮੁਖ, ਤੇ ਘੁਮਿਆਰ ਘੜਾ ਬਣਾਉਣ ਤੱਕ ਸੀਮਤ ਹੈ, ਪਰ ਘੜੇ ਵਿੱਚ ਆਪ ਨਹੀਂ ਵੜ ਕੇ ਬੈਠਦਾ। ਘੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚੱਲ ਕੇ ਆਪਣੇ ਆਪ ਨਹੀਂ ਜਾਂਦਾ। ਲੋਹਾਰ ਨੇ ਕੋਈ ਮਸ਼ੀਨਰੀ ਬਣਾਈ ਹੈ, ਉਹਦੇ ਵਿੱਚ ਆਪ ਵੜ ਕੇ ਨਹੀਂ ਬੈਠਾ। ਸੁਨਿਆਰ ਨੇ ਗਹਿਣਾ ਬਣਾਇਆ, ਆਪ ਨਹੀਂ ਵਿੱਚ ਬੈਠਾ ਹੋਇਆ। ਪਰ ਅਕਾਲ ਪੁਰਖ ਇੱਕ ਇਹੋ ਜਿਹਾ ਘਾੜਤ ਨੂੰ ਘੜਨ ਵਾਲਾ ਹੈ, ਜਿੱਥੇ ਉਹ ਦੁਨੀਆ ਨੂੰ ਬਣਾਉਂਦਾ ਉੱਥੇ ਦੁਨੀਆ ਵਿੱਚ ਅੰਦਰ ਆਪ ਵੀ ਬੈਠਾ ਹੋਇਆ। ਆਪਣੀ ਚੇਤਨ ਸੱਤਾ ਉਸਨੇ ਬਖਸ਼ਿਸ਼ ਕੀਤੀ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪੇ ਰਚਨ ਰਚਾਏ, ਦੁਨੀਆ ਦੀ ਰਚਨਾ ਵੀ ਉਹਨੇ ਆਪੇ ਰਚੀ ਹੈ ਤੇ ਆਪੇ ਹੀ ਘਾਲਿਓ। ਆਪ ਹੀ ਇਹਦੇ ਵਿੱਚ ਚੇਤਨ ਸੱਤਾ ਪਾਈ ਬੈਠਾ, ਆਪ ਹੀ ਇਹਦੇ ਵਿੱਚ ਆਪ ਵਿਚਰਦਾ ਪਿਆ ਬੈਠਾ ਹੋਇਆ ਹੈ। ਆਪੇ ਜੰਤੁ ਪਾਏ ਆਪ ਪ੍ਰਤਪਾਲਿਓ ਨਾ। ਉਸ ਪਰਮਾਤਮਾ ਨੇ ਇਹ ਜੰਤ ਵੀ ਆਪੇ ਪੈਦਾ ਕੀਤੇ, ਕੀੜੇ ਮਕੌੜੇ, ਮਨੁੱਖ, ਪਸ਼ੂ ਪੰਛੀ, ਭੂਤ ਪ੍ਰੇਤ, ਦੇਵੀ ਦੇਵਤੇ ਜੋ ਵੀ ਨੇ ਨਾ, ਇਹ ਸਾਰੇ ਉਹਨੇ ਆਪੇ ਪੈਦਾ ਕੀਤੇ ਹੋਏ। ਆਪੇ ਰਚਨ ਰਚਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪੇ ਜੰਤੂ ਉਪਾਏ, ਆਪ ਹੀ ਉਹਨੇ ਸਾਰੇ ਜੀਵ ਤੇ ਜੰਤੂ ਪੈਦਾ ਕੀਤੇ। ਜਦੋਂ ਪੈਦਾ ਸਾਰੇ ਉਹਦੇ ਕੀਤੇ ਨੇ, ਫਿਰ ਕਿਸ ਨੂੰ ਕਹੀਏ ਨਾਨਕਾ, ਫਿਰ ਕਿਹਨੂੰ ਮਾੜਾ ਕਹੀਏ ਤੇ ਕਿਹਨੂੰ ਚੰਗਾ ਕਹੀਏ। ਸਭ ਕੁਛ ਆਪੇ ਆਪ, ਉਹ ਸਾਰਾ ਕੁਝ ਆਪੇ ਆਪ ਹੀ ਹੋ ਰਿਹਾ ਹੈ, ਕਿਉਂਕਿ ਸਾਰੇ ਜੀਵ ਜੰਤੂਆਂ ਨੂੰ ਆਪ ਪੈਦਾ ਕਰਨ ਵਾਲਾ ਹੈ। ਦਾਸ ਰੱਖੇ ਕੰਠ ਲਾਏ ਨਜ਼ਰ ਨਿਹਾਲਿਓ ਨਾ। ਆਪ ਪ੍ਰਤਪਾਲਿਓ, ਫਿਰ ਆਪ ਹੀ ਸਾਰਿਆਂ ਨੂੰ ਉਹ ਪਾਲਦਾ ਵੀ ਹੈ, ਇਕੱਲੇ ਪੈਦਾ ਨਹੀਂ ਕਰਦਾ, ਪੈਦਾ ਕਰਕੇ ਉਹ ਪਾਲਦਾ ਵੀ ਪਿਆ ਹੈ। ਸੈਲ ਪੱਥਰ ਮਹਿ ਜੰਤੂ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ। ਉਹ ਪਰਮਾਤਮਾ ਇਸ ਤਰ੍ਹਾਂ ਦਾ ਭਾਈ ਸਾਰਿਆਂ ਜੀਵਾਂ ਦੀ ਉਹ ਪਾਲਣਾ ਕਰਦਾ। ਪਰਬਤਾਂ ਵਿੱਚ, ਪਹਾੜਾਂ ਦੇ ਵਿੱਚ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ, ਜਲ ਮੈਂ ਜੰਤੂ ਉਪਾਏ ਕਹਿ ਤਿਨਾ ਪਿਰੋਜੀ ਦੇ। ਉੱਥੇ ਹੱਟ ਨਾ ਚੱਲੇ ਨਾ ਕੋਈ ਕਿਰਸ ਕਰੇ, ਜੀਆਂ ਕਾ ਆਹਾਰ ਜੀ ਖਾਣਾ। ਪਾਤਸ਼ਾਹ ਕਹਿਣ ਲੱਗੇ ਸੋ ਇਹ ਜੀਵਾਂ ਦਾ ਆਹਾਰ ਹੀ ਭੋਜਨ ਇੱਕ ਦੂਜੇ ਜੀਵ ਨੂੰ ਖਾਣਾ ਹੈ, ਖਾਣਾ ਇਹੋ ਕਰੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਿੱਚ ਉਪਾਏ ਸਾਇਰਾਂ ਤਿਨਾ ਪੇ ਸਾਰ ਕਰੇ। ਪੱਥਰਾਂ ਪਹਾੜਾਂ ਵਿੱਚ ਉਹ ਪੈਦਾ ਕਰਦਾ, ਸਾਰ ਸੰਭਾਲ ਤੇ ਉਹਨਾਂ ਦੀ ਵੀ ਕਰਦਾ। ਉਹ ਕਿਹੜਾ ਉੱਥੇ ਵਪਾਰ ਕਰਦੇ, ਕਿਹੜਾ ਹੱਟੀਆਂ ਪਾ ਕੇ ਬੈਠੇ, ਕੀੜੇ ਮਕੌੜੇ ਸਮੁੰਦਰਾਂ ਦੇ ਵਿੱਚ ਜੀ ਬੈਠੇ, ਕਿਹੜਾ ਉੱਥੇ ਬਿਜ਼ਨਸ ਤੇ ਵਪਾਰ ਕਰਦੇ ਪਏ, ਪਰ ਪਾਲਣਾ ਤੇ ਉਹਨਾਂ ਦੀ ਵੀ ਉਹ ਕਰਦਾ ਪਿਆ। ਜਿਹੜਾ ਕੀੜਿਆਂ ਦੀ ਪਹਾੜਾਂ ਵਿੱਚ ਅਤੇ ਪਾਣੀ ਵਾਲੇ ਜੰਤਾਂ ਦੀ ਪਾਣੀ ਵਿੱਚ ਪਾਲਣਾ ਕਰ ਸਕਦਾ, ਧਰਤੀ ਵਿੱਚ ਰਹਿਣ ਵਾਲੇ ਬੰਦਿਆਂ ਤੇਰੀ ਵੀ ਪਾਲਣਾ ਤੇ ਉਹ ਕਰੇਗਾ ਨਾ। ਆਪ ਪੈਦਾ ਕਰਕੇ ਆਪੇ ਪਾਲਦਾ ਹੈ। ਦਾਸ ਰੱਖੇ ਕੰਠ ਲਾਏ ਨਜ਼ਰ ਨਿਹਾਲਿਓ ਨਾ। ਆਪਣੇ ਦਾਸਾਂ ਨੂੰ, ਸੇਵਕਾਂ ਨੂੰ ਆਪਣੇ ਕੰਠ ਗਲੇ ਦੇ ਨਾਲ ਲਾ ਕੇ ਰੱਖਦਾ ਤੇ ਫਿਰ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਨਿਹਾਲ 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 ਕਰ ਦਿੰਦਾ ਹੈ। ਨਾਨਕ ਨਦਰੀ ਨਜ਼ਰ ਨਿਹਾਲ। ਉਹ ਨਜ਼ਰੀ ਜੋ ਪਰਮਾਤਮਾ ਹੈ ਨਾ, ਆਪਣੀ ਨਜ਼ਰ ਕਹੀਏ ਕਿਰਪਾ ਦੇ ਨਾਲ, ਕਿਰਪਾ ਦ੍ਰਿਸ਼ਟੀ ਦੇ ਨਾਲ ਫਿਰ ਨਿਹਾਲ ਕਰ ਦਿੰਦਾ। ਐਸੀਆਂ ਦਾਤਾਂ ਬਖਸ਼ਿਸ਼ ਹੁੰਦੀਆਂ ਹਨ। ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾਲਿਓ ਨਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਭਗਤਾਂ ਨੂੰ ਸਦਾ ਹੀ ਆਨੰਦ ਹੈ ਭਾਈ, ਸਦਾ ਹੀ ਖੇੜਾ ਹੈ। ਦ્વੈਤ ਭਾਵ ਉਹਨਾਂ ਦੀ ਜਲ ਗਈ ਹੈ, ਈਰਖਾ ਉਹਨਾਂ ਦੀ ਖਤਮ ਹੋ ਗਈ ਹੈ, ਮੋਹ ਤੇ ਕਾਮ ਕ੍ਰੋਧ ਵਗੈਰਾ ਵਿਕਾਰ ਉਹਨਾਂ ਦੇ ਖਤਮ ਹੋ ਗਏ। ਨਾਨਕ ਭਗਤਾਂ ਸਦਾ ਆਨੰਦ, ਭਗਤਾਂ ਨੂੰ ਹਮੇਸ਼ਾ ਆਨੰਦ ਬਣਿਆ ਰਹਿੰਦਾ, ਹਮੇਸ਼ਾ ਚੜ੍ਹਦੀ ਕਲਾ ਉਹਨਾਂ ਭਗਤਾਂ ਦੀ ਰਹਿੰਦੀ ਹੈ। ਭਾਉ ਦੂਜਾ ਜਾਲਿਓ, ਦ્વੈਤ ਭਾਵ ਉਹਨਾਂ ਦਾ ਮੁੱਕ ਗਿਆ, ਖਤਮ ਹੋ ਗਿਆ। ਐਸੀਆਂ ਦਾਤਾਂ ਗੁਰਮੁਖਾਂ ਨੂੰ ਪ੍ਰਾਪਤ ਹੋਈਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਜੋ ਸੱਜਣਾ ਸਿੱਖੜੀਆਂ ਜੋ ਹੋਵੇ
ਸਾਹਿਬ ਸਿਓ ਮੇਲ। ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓ ਨ ਨਾਨਕ ਭਗਤਾ ਸਦਾ ਆਨੰਦ ਪਾਓ ਦੂਜਾ ਜਾਲਿਓ ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ